एक नौजवान आजाद चोण लड़ रहा विधान सभा हल्का पायल तो एक एफीडेविट लैके आया तो आख रहा कि जे एफीडेविट दे विच लिखियां गल्लां ओह जित के पूरीआं नहीं करदा तां ओह सज़ा दा हकदार होएगा। भी ਜਿਹੜੇ ਆਉਂਦੇ ਨੇ ਜਿਹੜੇ ਗਰੰਟੀਆਂ ਦਿੰਦੇ ਨੇ ਵੱਡੇ ਵੱਡੇ ਲੀਡਰ ਐਫੀਡੇਵਿਟ ਦੇਣ ਜੀ ਗਰੰਟੀ ਨਾਲ ਕੁਝ ਨਹੀਂ ਬਣਦਾ। ਮੈਂ 10 ਵਾਅਦੇ ਲੈ ਕੇ ਆਇਆ ਆਪਣੇ ਹਲਕੇ ਲਈ ਗਰੰਟੀ ਦੇ ਰਿਹਾ। ਤੁਸੀਂ ਵੀ ਆਪਣੇ ਹਲਕੇ ਲਈ ਗਰੰਟੀਆਂ ਦਿਓ, ਹੱਥ ਜੋੜ ਕੇ ਕਹਿ ਦਿੰਦੇ ਹੋ ਜੀ ਸਾਨੂੰ ਵੋਟ ਪਾਇਓ, ਭਾਈ ਸਾਹਿਬ ਗਰੰਟੀ ਦਿਓ। ਪਹਿਲਾ ਉਮੀਦਵਾਰ ਆ ਪੈਲ ਹਲਕੇ ਦਾ ਜਿਹਨੇ 10 ਵਾਅਦੇ ਪੈਲ ਲਈ ਕੀਤੇ ਨੇ। ਮੇਰੇ ਬਰਾਬਰ ਕੋਈ ਉਮੀਦਵਾਰ ਨਹੀਂ। ਜਿਹੜੇ ਮੇਰੇ ਦੂਜੀ ਪਾਰਟੀ ਦੇ ਉਮੀਦਵਾਰ ਨੇ ਉਹ ਜੋ ਆਪਣੇ ਸੁਪਰੀਮ ਲੀਡਰ ਤੇ ਡਿਪੈਂਡੈਂਟ ਨੇ ਵੀ ਜੇ ਬਾਦਲ ਸਾਹਿਬ ਆਉਣਗੇ ਤਾਂ ਆਹ ਵਾਅਦੇ ਹੋਣਗੇ, ਜੇ ਕੇਜਰੀਵਾਲ ਸਾਹਿਬ ਆਉਣਗੇ ਤਾਂ ਆਹ ਵਾਅਦੇ ਹੋਣਗੇ, ਚੰਨੀ ਸਾਹਿਬ ਆਉਣਗੇ ਤਾਂ ਆਹ ਵਾਅਦੇ। ਪਰ ਆਪਣਾ ਕੀ ਗਰਾਊਂਡ ਮੈਪ ਆ ਉਹ ਹੈ ਨਹੀਂ। ਤੁਹਾਡੇ ਅੰਦਰ ਗਟਸ ਹੋਣੇ ਚਾਹੀਦੇ ਨੇ ਲੋਕਾਂ ਨੂੰ ਸਮਝਾਉਣ ਦੇ, ਤੁਹਾਡੇ ਅੰਦਰ ਕਨਵੈਂਸਿੰਗ ਪਾਵਰ ਹੋਣੀ ਚਾਹੀਦੀ ਆ। ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਵੀ ਵੀਰੇ ਆ ਰਿਹਾ ਮੇਰਾ ਐਫੀਡੇਵਿਟ 10 ਵਾਅਦੇ ਨੇ ਪੂਰੇ ਹੋ, ਜੇ ਮੈਂ ਬਣਦਾ ਤਾਂ ਪੂਰੇ ਕਰੂ, ਜੇ ਬਣ ਕੇ ਨਹੀਂ ਕਰੂੰਗਾ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਦਿਓ, ਮੇਰੇ ਖਿਲਾਫ ਪੁਲਿਸ ਨੂੰ ਦਿਓ, ਮੇਰੇ ਤੇ 420 ਦਾ ਮੁਕੱਦਮਾ ਕਰਾ ਦਿਓ, ਮੈਨੂੰ 10 ਰੁਪਏ ਮਹੀਨੇ ਦੇ ਦਿਓ। ਜੇ 2 ਲੱਖ ਵੋਟਰ ਵੀ ਜੁੜਦਾ ਮੇਰੇ ਕੋਲ 20 ਲੱਖ ਮਹੀਨੇ ਦਾ ਇਕੱਠਾ ਹੋ ਗਿਆ, ਮੈਨੂੰ ਦੇਖਣ ਦੀ ਲੋੜ ਹੀ ਨਹੀਂ ਸੈਂਟਰ ਵੱਲ ਸਟੇਟ ਵੱਲ। ਮੈਂ ਕੀ ਕਰੂੰਗਾ ਜਿਹੜਾ 20 ਲੱਖ ਰੁਪਇਆ ਇਕੱਠਾ ਹੋਇਆ, ਜੇ ਮੇਰੇ ਕਿਸੇ ਵੋਟਰ ਦਾ ਐਕਸੀਡੈਂਟ ਹੁੰਦਾ ਮੈਂ ਉਹਦਾ ਇਲਾਜ ਕਰਾ ਸਕਦਾ। ਦੂਜੇ ਮਹੀਨੇ ਮੇਰੇ ਕੋਲ 40 ਲੱਖ ਹੋ ਜਾਣਾ, ਤੀਜੇ ਮਹੀਨੇ 60 ਲੱਖ ਹੋ ਜਾਣਾ। ਹਰ ਮਹੀਨੇ ਐਕਸੀਡੈਂਟ ਨਹੀਂ ਹੋਣਗੇ, ਉਹੀ ਪੈਸਾ ਮੇਰਾ ਇਕੱਠਾ ਹੋਊ। ਤੁਸੀਂ ਆਜ਼ਾਦ ਜਿਤਾਓ, 30-35 ਆਜ਼ਾਦ ਉਮੀਦਵਾਰ ਜਿੱਤਣੇ ਚਾਹੀਦੇ ਨੇ ਜਿਹੜੇ ਇੱਕ ਪ੍ਰੋਪਰ ਵਿਰੋਧੀ ਧਿਰ ਦਾ ਕੰਮ ਕਰਨ। ਜਿਹੜੀ ਵੀ ਸਰਕਾਰ ਸੱਤਾ 'ਚ ਆਵੇ ਉਹਦੇ ਤੇ ਵਿਰੋਧੀ ਧਿਰ ਬਣਨ, ਉਹਨੂੰ ਟੰਗਣ, ਉਹਨੂੰ ਕਹਿਣ ਭਾਈ ਜੀ ਕੰਮ ਕਰੋ, ਤੁਸੀਂ ਆਹ ਵਾਅਦੇ ਦਿੱਤੇ ਨੇ। ਕਿ ਉਹ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਹੈਗਾ ਕਿ ਉਹ ਵਾਕਈ ਤੁਹਾਡੇ ਹਲਕੇ 'ਚ ਡਿਵੈਲਪਮੈਂਟ ਕਰ ਸਕਦਾ, ਉਹਦੇ ਕੋਲ ਮੇਰੇ ਵਾਂਗੂ ਇਦਾਂ ਵਿਚਾਰਧਾਰਾ ਹੈਗੇ, ਜੇ ਹੈਗੇ ਤਾਂ ਪਾ ਦਿਓ। ਜੇ ਉਦੋਂ ਬਿਨਾਂ ਕਿਸਾਨ ਮੋਰਚੇ ਦੇ ਵਿੱਚ ਤੁਹਾਨੂੰ ਕੋਈ ਬੰਦਾ ਵਧੀਆ ਲੱਗਦਾ ਉਹਨੂੰ ਵੋਟ ਪਾ ਦਿਓ। ਜੇ ਹੋਰ ਕੋਈ ਤੁਹਾਨੂੰ ਲੱਗਦਾ ਵੀ ਤੁਹਾਡੇ ਹਲਕੇ 'ਚ ਬੰਦਾ ਵਿਕਾਸ ਕਰ ਸਕਦਾ, ਉਹਦਾ ਵਿਜ਼ਨ ਹੈਗਾ ਵਿਕਾਸ ਕਰਨ ਦਾ, ਉਹਨੂੰ ਵੋਟ ਪਾ ਦਿਓ। ਚੋਣਾਂ ਦੇ ਦੌਰ ਦੇ ਵਿੱਚ ਕੋਈ ਵਾਅਦੇ ਕਰ ਰਿਹਾ, ਕੋਈ ਐਲਾਨ ਕਰ ਰਿਹਾ ਤੇ ਕੋਈ ਗਰੰਟੀਆਂ ਦੇ ਰਿਹਾ, ਪਰ ਇੱਕ ਨੌਜਵਾਨ ਆਜ਼ਾਦ ਚੋਣ ਲੜ ਰਿਹਾ ਵਿਧਾਨ ਸਭਾ ਹਲਕਾ ਪਾਇਲ ਤੋਂ ਐਡਵੋਕੇਟ ਪ੍ਰਭਜੋਤ ਸਿੰਘ ਇੱਕ ਐਫੀਡੇਵਿਟ ਲੈ ਕੇ ਆਇਆ ਤੇ ਆਖ ਰਿਹਾ ਕਿ ਜੇ ਐਫੀਡੇਵਿਟ ਦੇ ਵਿੱਚ ਲਿਖੀਆਂ ਗੱਲਾਂ ਉਹ ਜਿੱਤ ਕੇ ਪੂਰੀਆਂ ਨਹੀਂ ਕਰਦਾ ਤਾਂ ਉਹ ਸਜ਼ਾ ਦਾ ਹੱਕਦਾਰ ਹੋਏਗਾ ਤੇ ਉਸਦੇ ਵੋਟਰ ਉਸਦੇ ਖਿਲਾਫ ਕਾਰਵਾਈ ਕਰ ਸਕਦੇ ਨੇ। ਤਾਂ ਐਡਵੋਕੇਟ ਪ੍ਰਭਜੋਤ ਸਿੰਘ ਸਾਡੇ ਨਾਲ ਨੇ, ਅੱਜ ਗੱਲਬਾਤ ਕਰਾਂਗੇ ਤੇ ਉਹ ਐਫੀਡੇਵਿਟ ਜੋ ਲੈ ਕੇ ਆਏ ਨੇ ਉਹਦੇ ਵਿੱਚ ਕੀ ਆ ਤੇ ਉਹਨਾਂ ਦਾ ਮਕਸਦ ਕੀ ਹੈ ਇਸ ਨੂੰ ਲੈ ਕੇ ਆਉਣ ਦੇ ਲਈ। ਬਾਈ ਜੀ, ਤੁਸੀਂ ਸਾਰੇ ਪਾਰਟੀਆਂ ਤੋਂ ਇੱਕ ਵੱਖਰਾ ਐਫੀਡੇਵਿਟ ਆਪਣਾ ਬਣਾਇਆ ਤੇ ਹਰ ਵੋਟਰ ਨੂੰ ਦੇ ਰਹੇ ਹੋ ਕਿ ਮੈਂ ਆਹ ਤੁਹਾਡੇ ਨਾਲ ਜੋ ਐਲਾਨ ਕਰਦਾ ਜਾਂ ਵਾਅਦੇ ਜੋ ਮੈਂ ਕਰਦਾ ਤੇ ਇਹ ਮੈਂ ਪੂਰੇ ਕਰੂੰਗਾ, ਜੇ ਨਹੀਂ ਕਰਦੇ ਤੁਸੀਂ ਸਜ਼ਾ ਦੇ ਹੱਕਦਾਰ ਹੋ। ਤੇ ਆਈਡੀਆ ਕਿਵੇਂ ਆ ਮਨ ਚ? ਸਭ ਤੋਂ ਪਹਿਲਾਂ ਤਾਂ ਅੱਖਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹ ਹੁਣ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਜਿਹੜਾ ਐਫੀਡੇਵਿਟ ਦੇਣ ਦਾ ਇਹ ਸਿਲਸਿਲਾ ਜਿਹੜਾ ਆਇਆ, ਮੈਂ 3 ਸਾਲ ਹਲਕੇ ਤੇ ਰਿਸਰਚ ਵਰਕ ਕੀਤਾ। ਮੇਰੀ ਇੱਕ ਸੋਚ ਸੀਗੀ ਕਿ ਜੇ ਸਰਕਾਰ ਸਾਡੀ ਨਾ ਹੋਵੇ, ਮੰਨ ਲਓ ਤੁਸੀਂ ਅਕਾਲੀ ਦਲ ਤੋਂ ਬਿਲੋਂਗ ਕਰਦੇ ਹੋ, ਤੁਸੀਂ ਇੱਕ ਕਾਂਗਰਸ ਦੇ MLA ਬਣ ਗਏ ਹੋ ਜਾਂ ਤੁਸੀਂ ਕਾਂਗਰਸ ਦੇ ਸਰਕਾਰ ਦੇ ਵਿੱਚੋਂ, ਤੁਸੀਂ ਮਤਲਬ ਸਰਕਾਰ ਤੁਹਾਡੀ ਨਹੀਂ, ਤੁਸੀਂ ਕਿੱਦਾਂ ਇੱਕ ਹਲਕੇ ਨੂੰ ਚਲਾ ਸਕਦੇ ਹੋ, ਤੁਸੀਂ ਕਿੱਦਾਂ ਇੱਕ ਹਲਕੇ ਦੇ ਵਿੱਚ ਸੋਰਸ ਆਫ ਇਨਕਮ ਪੈਦਾ ਕਰ ਸਕਦੇ ਹੋ। ਇਹ ਚੀਜ਼ ਦੇ ਉੱਤੇ ਇੱਕ ਹਲਕੇ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਮੈਂ ਹਲਕੇ 'ਚ ਰਿਸਰਚ ਵਰਕ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਸਾਡੇ ਉਰੇ ਜਿਹੜੇ BDPO ਦਫ਼ਤਰ ਨੇ ਜਿਨ੍ਹਾਂ ਦੇ ਅੰਡਰ ਸ਼ਾਮਲਾਟ ਆਉਂਦੀ ਆ, ਸਾਨੂੰ ਦਰਾਹਾ ਬਲਾਕ ਤੋਂ, ਮੌਲੌਦ ਬਲਾਕ ਤੋਂ ਸਾਨੂੰ ਸ਼ਾਮਲਾਟ ਦੀ ਇਨਕਮ ਪੌਣੇ 2 ਕਰੋੜ ਦੇ ਆਸ-ਪਾਸ ਆ ਜਾਂਦੀ ਆ। ਜੇ ਉਹ ਇਨਕਮ ਜਿਹੜੀ ਹੈਗੀ ਆ ਅਸੀਂ ਡਿਵੈਲਪਮੈਂਟ ਤੇ ਲਾਵਾਂਗੇ ਤਾਂ ਇੱਕ MLA ਚਾਹੇ ਉਹ ਸੈਂਟਰ ਉਹਨੂੰ ਫੰਡ ਦਵੇ, ਜਿਹੜੀ ਸਟੇਟ ਉਹਨੂੰ ਫੰਡ ਦਵੇ ਨਾ ਦਵੇ, ਉਹ ਆਪਣੇ ਦਮ ਤੇ ਕਰ ਸਕਦਾ। ਕੁਝ ਐਡਮਿਨਿਸਟ੍ਰੇਸ਼ਨ ਸੁਧਾਰ ਨੇ ਜਿਹੜੇ MLA ਲਈ ਸਰਕਾਰ ਜ਼ਰੂਰੀ ਨਹੀਂ, ਉਹ ਆਪਣੇ ਦਮ ਤੇ ਕਰ ਸਕਦਾ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਹੁਣ ਕਾਂਗਰਸ ਦੀ ਸਰਕਾਰ ਸੀ, ਅਕਾਲੀ ਦਲ ਜਾਂ ਬਹੁਤ ਸਾਰਿਆਂ ਨੂੰ ਦੇਖਿਆ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਹੋਰ ਆਜ਼ਾਦ ਉਮੀਦਵਾਰ ਜਿਹੜੇ ਕਹਿੰਦੇ ਨੇ ਕਿ ਸਾਡੀ ਸਰਕਾਰ ਨਹੀਂ ਸੀ, ਅਸੀਂ ਵਿਕਾਸ ਕਿਵੇਂ ਕਰੀਏ, ਤਾਂ ਤੁਹਾਡੇ ਕਹਿਣ ਦਾ ਭਾਵ ਆ ਜੇਕਰ MLA ਉਸ ਸਰਕਾਰ ਦੀ ਪਾਰਟੀ ਦਾ ਨਾਂ ਵੀ ਹੋਵੇ, ਉਸ ਪਾਰਟੀ ਦਾ ਜਿਹਦੀ ਸਰਕਾਰ ਆ, ਤਾਂ ਆਪਣੇ ਦਮ ਤੇ ਵਿਕਾਸ ਕਰ ਸਕਦਾ। ਬਿਲਕੁਲ ਕਰ ਸਕਦਾ ਜੀ। ਇਹਦੀ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਤੁਹਾਡੇ ਉਰੇ ਨਗਰ ਕੌਂਸਲਾਂ ਹੋਣਗੀਆਂ ਜੀ, BDPO ਦਫ਼ਤਰ ਹੋਣਗੇ, ਨਗਰ ਪੰਚਾਇਤ ਹੋਊਗੀ, ਉਹਦੇ ਵਿੱਚ ਰੈਗੂਲਰ ਫੰਡ ਆਉਂਦੇ ਨੇ ਜੀ। ਉਹ ਫੰਡਾਂ ਦੇ ਆਧਾਰ ਤੇ ਟੈਂਡਰ ਪਾਏ ਜਾਂਦੇ ਨੇ ਜੀ। ਟੈਂਡਰ ਦੇ ਆਧਾਰ ਤੇ ਠੇਕੇਦਾਰਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਠੇਕੇਦਾਰ ਕੰਮ ਨਹੀਂ ਕਰਦੇ। ਜੇ MLA ਹੋਊਗਾ ਉਹ ਇੱਕ ਆਪਣਾ ਪ੍ਰੈਸ਼ਰ ਗਰੁੱਪ ਬਣਾ ਕੇ ਕੰਮ ਕਰੂਗਾ, ਬਾਈ ਜੀ ਠੇਕੇਦਾਰ ਕੌਣ ਆ, ਕਿਉਂ ਨਹੀਂ ਕੰਮ ਕਰ ਰਿਹਾ, ਇੰਨੀ ਸੜਕ ਕਿਉਂ ਨਹੀਂ ਕੰਪਲੀਟ ਹੈਗੀ, ਕਿੰਨਾ ਠੇਕਾ, ਕਿੱਥੋਂ ਪੈਸੇ ਆਏ ਨੇ। ਉਹ ਇੱਕ ਪ੍ਰੈਸ਼ਰ ਗਰੁੱਪ ਦਾ ਕੰਮ ਕਰ ਸਕਦਾ। ਪੁਲਿਸ ਤੋਂ SSP ਨਾਲ ਮਿਲ ਕੇ ਉਹ ਰੇਡਾਂ ਕਰਵਾ ਸਕਦਾ। ਆਪਣੇ ਹਲਕੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਰਿਫਾਰਮ ਕਰ ਸਕਦਾ। ਵਿੱਤ ਕਮਿਸ਼ਨ ਦੇ ਕਿੰਨਾ ਫੰਡ ਆਇਆ, BDPO ਕੋ ਕਿੰਨਾ ਫੰਡ ਆ,
ਉਹ ਰੈਗੂਲਰ ਉੱਥੇ ਵਿਜ਼ਿਟ ਕਰ ਸਕਦਾ, ਉਹਨਾਂ ਦੀਆਂ ਜਿਹੜੀਆਂ ਆਡਿਟ ਰਿਪੋਰਟਾਂ ਨੇ ਉਹਨਾਂ ਨੂੰ ਵਾਚ ਕਰ ਸਕਦਾ। ਇਹਦੇ ਲਈ ਪਰ ਇੱਕ ਐਡਮਿਨਿਸਟ੍ਰੇਸ਼ਨ ਨੌਲੇਜ ਹੋਣ ਦੀ ਬਹੁਤ ਜ਼ਰੂਰੀ ਆ। ਸਾਡੇ ਇੱਥੇ ਕਮੀ ਕੀ ਆ, ਸਾਡੇ ਪਾਰਟੀਆਂ ਪੈਰਾਸ਼ੂਟ ਰਾਹੀਂ ਐਮਐਲਏ ਉਤਾਰ ਦਿੰਦੀਆਂ ਨੇ, ਲੇਕਿਨ ਐਮਐਲਏ ਨੂੰ ਕਿੰਨੀ ਨੌਲੇਜ ਆ ਹਲਕੇ ਬਾਰੇ ਇਹ ਚੀਜ਼ਾਂ ਉਹ ਨਹੀਂ ਦੇਖਦੀਆਂ। ਇਸ ਕਰਕੇ ਐਮਐਲਏ ਬਣਨ ਤੋਂ ਪਹਿਲਾਂ ਇੱਕ ਐਮਐਲਏ ਲਈ ਇੱਕ ਤੁਹਾਨੂੰ ਇੱਕ ਜਿੱਦਾਂ ਅਸੀਂ ਬੀਏ ਕਰਕੇ ਸਾਨੂੰ ਡਿਗਰੀ ਮਿਲਦੀ ਆ ਬੀਏ ਦੀ, ਇਦਾਂ ਐਮਐਲਏ ਕਰਨ ਤੋਂ ਪਹਿਲਾਂ ਇੱਕ ਇਹ ਜ਼ਰੂਰੀ ਹੋਣਾ ਚਾਹੀਦਾ, ਕਾਨੂੰਨ ਵੀ ਹੋਣਾ ਚਾਹੀਦਾ ਕਿ ਜਿਹੜਾ ਸਰਚ ਵਰਕ ਹੋਵੇ, ਇੱਕ ਐਮਐਲਏ ਨੂੰ ਪਤਾ ਹੋਵੇ ਵੀ ਮੇਰੇ ਇੱਥੇ ਕਿੰਨੇ ਦਫ਼ਤਰ ਨੇ ਜਿਹੜੇ ਸੂਬਾ ਸਰਕਾਰ ਦੇ ਅੰਡਰ ਆਉਂਦੇ ਨੇ, ਕਿੰਨੇ ਦਫ਼ਤਰ ਨੇ ਜਿਹੜੇ ਸਟੇਟ ਗਵਰਨਮੈਂਟ ਦੇ ਅੰਡਰ ਆਉਂਦੇ ਨੇ, ਉੱਥੋਂ ਫੰਡ ਕਿੰਨਾ ਆਉਂਦਾ, ਉਹ ਫੰਡ ਕਿੱਦਾਂ ਯੂਟਿਲਾਈਜ਼ ਹੁੰਦਾ, ਉਹ ਫੰਡ ਦੀ ਰਖਵਾਲੀ ਇੱਕ ਐਮਐਲਏ ਕਰ ਸਕਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਵੀਰ। ਤੇ ਤੁਸੀਂ ਜਿਹੜਾ ਮੌਜੂਦਾ ਐਮਐਲਏ ਸੀ ਉਹ ਸਰਕਾਰ ਤੇ ਜਾਂ ਜਿਹੜਾ ਵੀ ਐਮਐਲਏ ਹੋਊਗਾ ਤੁਸੀਂ ਉੱਤੇ ਪ੍ਰੈਸ਼ਰ ਵੀ ਪਾ ਸਕਦੇ ਹੋ, ਪ੍ਰੈਸ਼ਰਾਈਜ਼ ਉਹਨੂੰ ਕਰ ਸਕਦੇ ਹੋ, ਤਾਂ ਕੀ ਇਹ ਸਾਰਾ ਕੁਝ ਐਮਐਲਏ ਬਣ ਕੇ ਇੱਕ ਸੰਭਵ ਹੋਊਗਾ? ਬਿਲਕੁਲ ਸੰਭਵ ਹੈ ਜੀ। ਮੈਂ ਕੁਝ ਬੀਇੰਗ ਐਜ ਏ ਆਰਟੀ ਐਕਟਿਵਿਸਟ ਸੋਸ਼ਲ ਵਰਕਰ ਮੈਂ ਕੁਝ ਚਿੱਠੀਆਂ ਕੁਝ ਲੈਟਰ ਗਵਰਨਮੈਂਟ ਨੂੰ ਪਾਉਂਦਾ ਸੀ, ਲੇਕਿਨ ਉਹਨੇ ਉੱਤੇ ਕੰਮ ਨਹੀਂ ਹੁੰਦਾ, ਕਿਉਂਕਿ ਜਦੋਂ ਤੁਹਾਡੀ ਉੱਪਰ ਤੱਕ ਨਹੀਂ ਪਹੁੰਚ ਹੈਗੀ, ਤੁਹਾਡੀਆਂ ਚਿੱਠੀਆਂ ਦੱਬ ਲਈਆਂ ਜਾਂਦੀਆਂ ਨੇ, ਉੱਪਰ ਸਰਕਾਰ ਤੁਹਾਡੀ ਆਪੋਜੀਟ ਦੇ ਵਿੱਚ ਆ, ਉਹ ਤੁਹਾਡੇ ਕੰਮ ਨਹੀਂ ਕਰਦੇ। ਉਹਨਾਂ ਨੂੰ ਆਇਆ ਵੀ ਜੇ ਇਹਦੇ ਕਹਿਣ ਤੇ ਕੰਮ ਹੋ ਗਏ ਵੀ ਸਾਡੀ ਵੈਲਿਊ ਖਤਮ ਹੋ ਜਾਣੀ। ਮੈਂ ਦੇਖ ਰਿਹਾ ਤੁਹਾਡੇ ਐਫੀਡੇਵਿਟ ਤੁਸੀਂ ਵਾਅਦੇ ਬਹੁਤ ਵੱਡੇ ਕੀਤੇ ਨੇ। ਤੁਸੀਂ ਕਹਿ ਰਹੇ ਹੋ ਕਿ ਮੈਂ ਮਨਰੇਗਾ ਵਰਗੀ ਸਕੀਮ ਲਾਗੂ ਕਰ ਦੂੰਗਾ, ਬੇਟੀ ਪੜਾਓ ਹਲਕਾ ਰੁਸ਼ਨਾਓ, ਜਾਂ ਤੁਸੀਂ ਕਹਿੰਦੇ ਹੋ ਪਿੰਡਾਂ 'ਚ ਸਵੈ ਰੋਜ਼ਗਾਰ, ਉਹਦੇ ਲਈ ਬਹੁਤ ਸਾਰਾ ਪੈਸਾ ਬਹੁਤ ਸਾਰੇ ਸਾਧਨ ਚਾਹੀਦੇ। ਜਿਸ ਤਰ੍ਹਾਂ ਕਹਿੰਦੇ ਹੋ ਮੈਂ 10 ਰੁਪਏ ਪ੍ਰਤੀ ਮਹੀਨਾ ਦੇ ਵਿੱਚ ਮੈਂ ਜਿਹੜਾ ਸੜਕ ਦੁਰਘਟਨਾ ਬੀਮਾ ਹਰੇਕ ਮੇਰੇ ਵੋਟਰ ਦਾ ਹਲਕੇ ਦੇ ਦਾ ਕਰੂੰਗਾ, ਤੇ ਹੋਰ ਬਹੁਤ ਸਾਰੇ ਕੁੜੀਆਂ ਦੀ ਐਜੂਕੇਸ਼ਨ ਨੂੰ ਲੈ ਕੇ, ਤਾਂ ਇਹ ਪੈਸਾ ਕਿੱਥੋਂ ਆਊਗਾ ਜੇ ਤੁਸੀਂ ਆਜ਼ਾਦ ਜਿੱਤਦੇ ਹੋ? ਦੇਖੋ ਜੀ, ਮੇਰਾ ਪਹਿਲਾ ਵਾਅਦਾ ਮੇਰਾ ਵੋਟਰ ਮੇਰੀ ਜ਼ਿੰਮੇਵਾਰੀ, ਇਹ ਮੈਂ ਸਲੋਗਨ ਦਿੱਤਾ। ਮੇਰਾ ਵੋਟਰ ਮੇਰੀ ਜ਼ਿੰਮੇਵਾਰੀ ਦੇ ਵਿੱਚ ਕੀ ਆ, ਮੈਂ ਹਲਕੇ ਦੇ ਲੋਕਾਂ ਨੂੰ ਕਹੂੰਗਾ ਵੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਵੀਰੋ, ਮੈਨੂੰ 10 ਰੁਪਏ ਮਹੀਨੇ ਦੇ ਦਿਓ। ਜੇ 2 ਲੱਖ ਵੋਟਰ ਵੀ ਜੁੜਦਾ ਮੇਰੇ ਕੋਲ 20 ਲੱਖ ਮਹੀਨੇ ਦਾ ਇਕੱਠਾ ਹੋ ਗਿਆ, ਮੈਨੂੰ ਦੇਖਣ ਦੀ ਲੋੜ ਹੀ ਨਹੀਂ ਸੈਂਟਰ ਵੱਲ ਸਟੇਟ ਵੱਲ। ਮੈਂ ਕੀ ਕਰੂੰਗਾ, ਜਿਹੜਾ 20 ਲੱਖ ਰੁਪਇਆ ਇਕੱਠਾ ਹੋਇਆ, ਜੇ ਮੇਰੇ ਕਿਸੇ ਵੋਟਰ ਦਾ ਐਕਸੀਡੈਂਟ ਹੁੰਦਾ ਮੈਂ ਉਹਦਾ ਇਲਾਜ ਕਰਾ ਸਕਦਾ। ਦੂਜੇ ਮਹੀਨੇ ਮੇਰੇ ਕੋਲ 40 ਲੱਖ ਹੋ ਜਾਣਾ, ਤੀਜੇ ਮਹੀਨੇ 60 ਲੱਖ ਹੋ ਜਾਣਾ। ਹਰ ਮਹੀਨੇ ਐਕਸੀਡੈਂਟ ਨਹੀਂ ਹੋਣਗੇ, ਉਹੀ ਪੈਸਾ ਮੇਰਾ ਇਕੱਠਾ ਹੋਊ, ਉਹੀ ਮੈਂ ਮੈਡੀਕਲ ਰਿਫਾਰਮ ਕਰ ਸਕਦਾ, ਮੈਂ ਮੁਹੱਲਾ ਕਲੀਨਿਕ ਖੋਲ ਸਕਦਾ, ਮੈਂ ਆਪਣੇ ਲੋਕਾਂ ਦੇ ਸਹਿਯੋਗ ਨਾਲ ਕਰ ਸਕਦਾ। ਹੁਣ ਤੱਕ ਦੇ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਸੀ ਪਤਾ ਕਿ ਸਾਡੇ ਹਲਕੇ ਦੀ ਆਮਦਨ ਕਿੰਨੀ ਆ। ਤੁਹਾਡੇ ਹਲਕੇ ਦੀ ਜੇ ਮੈਂ ਗੱਲ ਕਰਾਂ, ਹਲਕੇ ਦੀ ਆਮਦਨ ਸਰਕਾਰ ਦੀ ਗ੍ਰਾਂਟ ਤੋਂ ਬਿਨਾਂ ਕਿੰਨੀ ਹੋਊਗੀ? ਦੇਖੋ ਜੀ, ਹਰ ਇਨਕਮ ਜਿਹੜੀ ਹੁਣ ਤੁਸੀਂ ਇਹ ਦੇਖੋ ਵੀ ਸਾਡੇ 13 ਕਰੋੜ ਦਾ ਬਜਟ ਦਰਾਹੇ ਦਾ ਜੀ, 12-13 ਕਰੋੜ ਦਾ ਹੀ ਇੱਥੇ ਮਲੌਦ ਦਾ ਹੋਣਾ ਜਿੱਥੇ ਆਪਾਂ ਖੜੇ ਆ, ਇੰਨਾ ਕੀ 10-12 ਕਰੋੜ ਦਾ ਬਜਟ ਜਿਹੜਾ ਪੈਲ ਦਾ ਹੀ ਹੋਣਾ। ਜਿਹੜੇ ਇਹ ਬਜਟ ਬਣਾਇਆ ਜਾਂਦਾ ਜਿਹਦੇ ਅਕੋਰਡਿੰਗਲੀ ਵੀ ਸੜਕਾਂ ਦੀ ਰਿਪੇਅਰ ਕਰਾਉਣੀ ਆ ਜਾਂ ਹੋਰ ਮੁਰੰਮਤ ਕਰਾਉਣੀ ਆ, ਹੋਰ ਡਿਵੈਲਪਮੈਂਟ ਕੰਮ ਕਰਨੇ ਨੇ, ਇਹ ਤਾਂ ਐਮਐਲਏ ਨੌਲੇਜ ਹੋਣੀ ਚਾਹੀਦੀ ਆ। ਜੇ ਐਮਐਲਏ ਇੱਕ ਇਹ ਆ ਨਾ ਕਿ ਇੱਕ ਨੀਅਤ ਹੋਣੀ ਚਾਹੀਦੀ ਆ, ਇੱਕ ਜਨੂਨ ਹੋਣਾ ਚਾਹੀਦਾ ਕੰਮ ਕਰਨ ਦਾ। ਜੇ ਤੁਹਾਡੇ 'ਚ ਜਨੂਨ ਆ, ਤੁਸੀਂ ਜਾ ਕੇ ਇਹਨੂੰ ਪੁੱਛੋਗੇ ਵੀ ਭਾਈ ਇਨਕਮ ਕਿੰਨੀ ਆ, ਕਿੰਨਾ ਤੁਸੀਂ ਬਜਟ ਰੱਖਿਆ, ਕਿਹੜੇ ਟੈਂਡਰ ਪਾਸ ਕੀਤੇ ਨੇ, ਕਿਹੜੇ ਮਤੇ ਪਾਸ ਕੀਤੇ ਨੇ, ਕੀ ਬਣਾ ਰਹੇ ਹੋ, ਕਿਹੜੇ ਠੇਕੇਦਾਰ ਨੂੰ ਟੈਂਡਰ ਦੇ ਰਹੇ ਹੋ, ਉਹ ਪਾਸ ਕਰਾ ਰਹੇ ਹੋ ਜਾਂ ਨਹੀਂ ਕਰਾ ਰਹੇ ਹੋ। ਤੁਹਾਨੂੰ ਐਡਮਿਨਿਸਟ੍ਰੇਸ਼ਨ ਨੌਲੇਜ ਆ ਤਾਂ ਐਮਐਲਏ ਕੁਝ ਕਰ ਸਕਦਾ। ਜਿਹੜਾ ਐਮਐਲਏ ਨੂੰ ਐਡਮਿਨਿਸਟ੍ਰੇਸ਼ਨ ਨੌਲੇਜ ਹੀ ਨਹੀਂ, ਉਹਨੇ ਕਰਨਾ ਕੀ ਹੈ ਜੀ, ਉਹਨੂੰ ਪਤਾ ਹੀ ਨਹੀਂ, ਉਹਨੂੰ ਗੱਲਾਂ ਔੜਨੀਆਂ ਹੀ ਨਹੀਂ। ਗੱਲਾਂ ਇਹ ਉਸ ਬੰਦੇ ਨੂੰ ਔੜ ਸਕਦੀਆਂ ਨੇ ਜਿਹਨੇ ਰਿਸਰਚ ਵਰਕ ਕੀਤਾ ਹੋਵੇ, ਜਿਹਨੇ ਐਡਮਿਨਿਸਟ੍ਰੇਸ਼ਨ ਚਲਾਉਣ ਦੀ ਜਾਣਕਾਰੀ ਲਈ ਹੋਵੇ। ਅੱਛਾ, ਤੁਸੀਂ ਮੈਂ ਦੇਖ ਰਿਹਾ ਤੁਸੀਂ ਇਕੱਲੇ ਹੋ, ਦੁਕਾਨਾਂ ਤੇ ਜਾ ਰਹੇ ਹੋ ਜਾਂ ਹੋਰ ਰੋਡ ਟੂਰ ਕਰ ਰਹੇ ਹੋ, ਹਨਾ, ਤੇ ਤੁਹਾਨੂੰ ਹੀ ਲੱਗਦਾ ਬਹੁਤ ਸਾਰਾ ਤਾਮਝਾਮ ਲਵੇ, ਤੁਸੀਂ ਇਕੱਲੇ ਹੋ, ਤੁਹਾਨੂੰ ਲੱਗਦਾ ਵੀ ਤੁਹਾਨੂੰ ਇਕੱਲੇ ਨੂੰ ਦੇਖ ਕੇ ਲੋਕ ਵੋਟ ਪਾ ਦੇਣਗੇ, ਕਹਿਣਗੇ ਵੀ ਆਹ ਮੁੰਡਾ ਮਤਲਬ ਕਿੱਧਰੋਂ ਆਇਆ, ਨਵੀਂ ਗੱਲਾਂ ਕਰੀ ਜਾਂਦਾ? ਦੇਖੋ ਜੀ, ਮੈਂ ਇਕੱਲਾ, ਮੇਰੇ ਨਾਲ ਕੁਝ ਮੇਰੇ 4-5 ਭਾਈ ਨਾਲ ਨੇ ਜਿਹੜੇ ਮੇਰੇ ਨਾਲ। ਗੱਲ ਕਰ ਰਹੇ ਵੀ ਪਾਰਟੀਆਂ ਦਾ ਉਮੀਦਵਾਰ ਦਾ ਬਹੁਤ ਸਾਰਾ ਤਾਮਝਾਮ ਲੈ ਕੇ ਚੱਲਦੇ ਨੇ ਲੋਕ। ਦੇਖੋ 74 ਸਾਲਾਂ ਤੋਂ ਪਾਰਟੀਆਂ ਤੋਂ ਦੇਖ ਲਿਆ ਜੀ, ਨਹੀਂ ਕਰ ਰਹੇ। ਤੁਹਾਡੇ ਅੰਦਰ ਗਟਸ ਹੋਣੇ ਚਾਹੀਦੇ ਨੇ ਲੋਕਾਂ ਨੂੰ ਸਮਝਾਉਣ ਦੇ, ਤੁਹਾਡੇ ਅੰਦਰ ਕਨਵਿੰਸਿੰਗ ਪਾਵਰ ਹੋਣੀ ਚਾਹੀਦੀ ਆ। ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਵੀ ਵੀਰੇ ਆ ਰਿਹਾ ਮੇਰਾ ਐਫੀਡੇਵਿਟ, 10 ਵਾਅਦੇ ਨੇ ਪੂਰੇ ਹੋ, ਜੇ ਮੈਂ ਬਣਦਾ ਤਾਂ ਪੂਰੇ ਕਰੂ, ਜੇ ਬਣ ਕੇ ਨਹੀਂ ਕਰੂੰਗਾ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਦਿਓ, ਮੇਰੇ ਖਿਲਾਫ ਪੁਲਿਸ ਨੂੰ ਦਿਓ, ਮੇਰੇ ਤੇ 420 ਦਾ ਮੁਕੱਦਮਾ ਕਰਾ ਦਿਓ। ਇੱਕ ਐਫੀਡੇਵਿਟ ਤੁਹਾਨੂੰ ਦੇ ਰਿਹਾ ਵਾਂ, ਐਫੀਡੇਵਿਟ ਦੇ ਉੱਤੇ ਮੇਰੇ ਵਾਅਦੇ ਲਿਖੇ ਨੇ। ਇਹ ਵਾਅਦੇ ਮੈਂ ਐਵੇਂ ਥੋੜ੍ਹਾ ਲਿਖਤੇ, ਇਹ 3 ਸਾਲ ਮੈਂ ਰਿਸਰਚ ਵਰਕ ਕੀਤਾ। ਜੇ ਮੈਂ ਇਹਨਾਂ ਨੂੰ ਪੂਰਾ ਕਰ ਸਕਦਾ, ਮੈਨੂੰ ਪਤਾ ਮੈਂ ਹਲਕੇ 'ਚ ਫੰਡ ਕਿੱਥੋਂ ਜਨਰੇਟ ਕਰ ਸਕਦਾ ਨਾ, ਜਿੱਥੋਂ ਫੰਡ ਜਨਰੇਟ ਕਰਕੇ ਮੈਂ ਤਾਂ ਹੀ ਪੂਰੇ ਕਰ ਸਕਦਾ। ਇਹ ਵਾਅਦੇ ਦੇਖੋ, ਪਹਿਲਾ ਉਮੀਦਵਾਰ ਪੈਲ ਹਲਕੇ ਦਾ ਜਿਹਨੇ 10 ਵਾਅਦੇ ਪੈਲ ਲਈ ਕੀਤੇ ਨੇ, ਮੇਰੇ ਬਰਾਬਰ ਕੋਈ ਉਮੀਦਵਾਰ ਨਹੀਂ। ਜਿਹੜੇ ਮੇਰੇ ਦੂਜੀ ਪਾਰਟੀ ਦੇ ਉਮੀਦਵਾਰ ਨੇ ਉਹ ਜੋ ਆਪਣੇ ਸੁਪਰੀਮ ਲੀਡਰ ਤੇ ਡਿਪੈਂਡੈਂਟ ਨੇ ਵੀ ਜੇ ਬਾਦਲ ਸਾਹਿਬ ਆਉਣਗੇ ਤਾਂ ਵਾਅਦੇ ਹੋਣਗੇ, ਜੇ ਕੇਜਰੀਵਾਲ ਸਾਹਿਬ ਆਉਣਗੇ ਤਾਂ ਆਹ ਵਾਅਦੇ ਹੋਣਗੇ, ਚੰਨੀ ਸਾਹਿਬ ਆਉਣਗੇ ਤਾਂ ਆਹ ਵਾਅਦੇ। ਪਰ ਆਪਣਾ ਕੀ ਗਰਾਊਂਡ ਮੈਪ ਆ ਉਹ ਹੈ ਨਹੀਂ। ਕਿਉਂ ਨਹੀਂ ਹੈਗਾ? ਕਿਉਂਕਿ ਹਲਕੇ ਦੇ ਵਿੱਚ ਰਿਸਰਚ ਵਰਕ, ਹਲਕੇ ਦੇ ਵਿੱਚ ਗਰਾਊਂਡ ਕੰਮ ਉਹਨਾਂ ਨੇ ਕਦੇ ਕੀਤਾ ਨਹੀਂ ਹੈਗਾ। ਮੈਂ ਗਰਾਊਂਡ ਕੰਮ ਕਰਕੇ ਆਇਆ ਜੀ, ਮੈਂ ਕੋਈ ਫਰੈਸ਼ਰ ਨਹੀਂ ਹੈਗਾ। ਮੈਂ 3 ਤੋਂ 6 ਮਹੀਨੇ ਇੱਕ ਐਮਐਲਏ ਦੇ ਨਾਲ ਐਜ਼ ਏ ਕਾਨੂੰਨੀ ਸਲਾਹਕਾਰ ਵੀ ਲਾਏ ਨੇ। ਮੈਂ ਕੰਮ ਸਿੱਖਿਆ, ਦਿਸ਼ਾ ਦੀਆਂ ਮੀਟਿੰਗਾਂ ਕੀ ਹੁੰਦੀਆਂ ਨੇ, ਜ਼ਿਲ੍ਹਾ ਅਫਸਰ ਕੀ ਹੁੰਦਾ, ਮੰਡੀ ਬੋਰਡ ਕੀ ਹੁੰਦਾ, ਸਾਰੇ ਅਫਸਰ ਕੀ ਹੁੰਦੇ ਨੇ, ਉਹਨਾਂ ਦੇ ਕੀ ਕੰਮ ਨੇ, ਸਾਰਾ ਸਿੱਖ ਕੇ ਆਇਆ ਜੀ। ਮੈਨੂੰ ਤਾਂ ਮੈਂ ਤਾਂ ਲੋਕਾਂ ਦਾ ਰਿਸਪੌਂਸ ਕੀ ਲੱਗਦਾ ਤੁਹਾਨੂੰ? ਲੋਕ ਕੀ ਕਹਿੰਦੇ ਨੇ ਹੁਣ? ਲੋਕਾਂ ਦਾ ਰਿਸਪੌਂਸ ਬਹੁਤ ਵਧੀਆ। ਲੋਕ ਕਹਿੰਦੇ ਸਾਨੂੰ ਪੜ੍ਹਿਆ ਲਿਖਿਆ ਉਮੀਦਵਾਰ ਮਿਲ ਰਿਹਾ। ਕੋਈ ਬੰਦਾ ਤਾਂ ਪੰਜਾਬ ਦਾ ਪਹਿਲਾ ਉਮੀਦਵਾਰ ਆ ਜਿਹੜਾ ਐਫੀਡੇਵਿਟ ਦੇ ਰਿਹਾ। ਅੱਜ ਕੱਲ ਤਾਂ ਵਾਅਦੇ ਕਰ ਲੈਂਦੇ ਨੇ ਜੀ, 15 ਲੱਖ ਆਊਗਾ ਜੀ, ਆਏ ਆਊ। ਤੁਸੀਂ ਲੋਕ ਸਭਾ ਚੋਣ ਵੀ ਲੜ ਚੁੱਕੇ ਹੋ, ਫਤਿਹਗੜ੍ਹ ਸਾਹਿਬ ਤੁਹਾਡੇ ਹਲਕਾ ਹੈਗਾ, ਤੇ ਤੁਸੀਂ ਲੋਕ ਸਭਾ ਚੋਣ ਲੜ ਚੁੱਕੇ, ਉਦੋਂ ਤੁਹਾਨੂੰ ਪੂਰੇ ਹਲਕੇ ਚੋਂ 4000 ਵੋਟ ਪੈਂਦੀ ਆ, ਤੇ ਉਦੋਂ ਲੋਕਾਂ ਨੇ ਤੁਹਾਡਾ ਕਿਉਂ ਨਹੀਂ ਸਾਥ ਦਿੱਤਾ? ਹੁਣ ਦੇਣਗੇ?
ਉਦੋਂ ਜੀ ਮੇਰੇ ਕੋਲ ਦੇਖੋ, ਉਦੋਂ ਮੈਂ ਕੋਈ ਰਿਸਰਚ ਵਰਕ ਨਹੀਂ ਕੀਤਾ, ਠੀਕ ਆ। ਉਦੋਂ ਡਾਕਟਰ ਅਮਰ ਸਿੰਘ ਬਾਹਰੋਂ ਲਾਤੇ, ਮੈਨੂੰ ਗੁੱਸਾ ਸੀ ਇਸ ਗੱਲ ਦਾ ਕਿ ਸਾਡੇ ਹਲਕੇ 'ਚ ਕੋਈ ਪੜ੍ਹਿਆ ਲਿਖਿਆ ਬੰਦਾ ਹੀ ਨਹੀਂ ਹੈਗਾ, ਤੁਸੀਂ ਚੱਕਦੇ ਉਮੀਦਵਾਰ ਬਾਹਰੋਂ ਲਾਉਂਦੇ। ਉਦੋਂ ਮੈਂ ਖੜਾ ਕੀਤਾ, ਆਪਣੇ ਆਪ ਨੂੰ ਖੜਾ ਹੋਇਆ, 15 ਦਿਨ ਚੋਣ ਪ੍ਰਚਾਰ ਕੀਤਾ। 15 ਦਿਨਾਂ 'ਚ 4000 ਲੋਕਾਂ ਨੇ ਕਹਿਤਾ ਕਿ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਸਕਦੇ ਹੋ। ਉਦੋਂ ਮੈਨੂੰ ਲੋਕਾਂ ਦਾ ਹੌਸਲਾ ਬਹੁਤ ਮਿਲਿਆ। ਫਿਰ ਮੈਂ ਹਲਕੇ ਤੇ ਕੰਮ ਕਰਨਾ ਸ਼ੁਰੂ ਕੀਤਾ 2019 ਤੋਂ ਬਾਅਦ। 19 ਦੇ ਵਿੱਚ, 20 ਦੇ ਵਿੱਚ, 21 ਦੇ ਵਿੱਚ ਮੈਂ ਆਰਟੀਆਈ ਪਾਈਆਂ, ਰਿਕਾਰਡ ਕਢਾਇਆ, ਡਿਪਾਰਟਮੈਂਟਾਂ ਬਾਰੇ ਜਾਣਕਾਰੀ ਲਈ, ਪੰਚਾਇਤੀ ਐਕਟ ਪੜ੍ਹਿਆ, ਮਨਰੇਗਾ ਐਕਟ ਪੜ੍ਹਿਆ, ਐਮਐਸਐਮਈ ਐਕਟ ਪੜ੍ਹਿਆ। ਪੜ੍ਹ ਕੇ ਮੈਂ ਦੇਖਿਆ ਵੀ ਹਾਂ ਯਾਰ, ਹਲਕੇ 'ਚ ਕੰਮ ਬਹੁਤ ਕੀਤਾ ਜਾ ਸਕਦਾ, ਪਰ ਐਮਐਲਏ ਨੌਲੇਜ ਚਾਹੀਦੀ ਹੈ ਇਸ ਬਾਰੇ। ਉਹਨਾਂ 'ਚ ਤਾਂ ਕਰੋੜਾਂ ਰੁਪਏ ਖਰਚ ਹੁੰਦੇ ਨੇ, ਤੇ ਤੁਹਾਡਾ ਬਜਟ ਕੀ ਹੈ ਚੋਣ ਦਾ? ਚੋਣ ਦਾ ਜੀ ਮੇਰਾ ਕੋਈ ਜ਼ਿਆਦਾ ਬਜਟ ਨਹੀਂ ਹੈਗਾ, ਮੈਂ ਲੱਖਾਂ 'ਚ ਥੋੜਾ ਹੀ ਖਰਚ ਕਰਕੇ, ਮੇਰੇ ਕੋਲ ਤਾਂ ਆਹੀ ਹੈ ਜੀ ਮੇਰਾ। ਲੋਕਾਂ ਨੂੰ ਵਿਸ਼ਵਾਸ ਦਿਵਾਉਣਾ, ਲੋਕਾਂ ਨੂੰ ਇਹ ਕਹਿਣਾ। ਲੋਕ ਕਹਿੰਦੇ ਨੇ ਵੀ ਅਸੀਂ ਆਜ਼ਾਦ ਨੂੰ, ਲੋਕਾਂ ਦਾ ਇੱਕ ਕੁਐਸਚਨ ਆ ਵੀ ਅਸੀਂ ਆਜ਼ਾਦ ਨੂੰ ਵੋਟ ਪਾਵਾਂਗੇ, ਆਜ਼ਾਦ ਕਰੂਗਾ ਕੀ? ਮੈਂ ਲੋਕਾਂ ਨੂੰ ਕਹਿਣਾ ਵੀ ਜੇ ਮੈਂ ਆਜ਼ਾਦ ਜਿੱਤ ਗਿਆ, ਤੁਸੀਂ ਭਗਵੰਤ ਮਾਨ ਨੂੰ ਦੇਖਦੇ ਹੋ ਸੰਸਦ 'ਚ ਇਕੱਲਾ ਬੋਲਦਾ, ਮੋਦੀ ਦੇ ਖਿਲਾਫ ਬੋਲਦਾ। ਜੇ ਮੈਂ ਆਜ਼ਾਦ ਜਿੱਤਣਾ, ਮੈਂ ਜੇ ਕੱਲ ਨੂੰ ਆਮ ਆਦਮੀ ਪਾਰਟੀ ਵੀ ਆਉਂਦੀ ਆ, ਜੇ ਉਹ ਵਾਅਦੇ ਨਹੀਂ ਪੂਰੇ ਕਰਦੀ, ਮੈਂ ਉਹਨਾਂ ਖਿਲਾਫ ਬੋਲੂ। ਜੇ ਉਹਨਾਂ ਦਾ ਆਪਣਾ ਐਮਐਲਏ ਜਿੱਤਿਆ ਹੋਊ, ਉਹ ਕਦੇ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲੂ। ਜੇ ਇੱਥੇ ਕਾਂਗਰਸ ਦਾ ਐਮਐਲਏ, ਜਿਵੇਂ ਸਾਬਕਾ ਐਮਐਲਏ ਜਿੱਤੇ ਸੀਗੇ, ਉਹਨਾਂ ਨੇ ਕਦੇ ਕੈਪਟਨ ਦੇ ਖਿਲਾਫ ਕਦੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਤੁਸੀਂ ਵਾਅਦਾ ਕੀਤਾ ਸੀਗਾ ਵੀ ਘਰ ਘਰ ਨੌਕਰੀ ਦਵਾਂਗੇ, 2500 ਬੇਰੁਜ਼ਗਾਰੀ ਭੱਤਾ ਦਵਾਂਗੇ, ਪਰ ਮੇਰੇ ਹਲਕੇ ਤੁਸੀਂ ਦਿੱਤਾ ਨਹੀਂ ਹੈਗਾ। ਉਹਨਾਂ ਨੇ ਕਦੇ ਕੈਪਟਨ ਦੇ ਖਿਲਾਫ ਸਟੇਟਮੈਂਟ ਪਾਸ ਹੀ ਨਹੀਂ ਕੀਤੀ। ਜੇ ਕੋਈ ਅਕਾਲੀ ਲੀਡਰ ਵੀ ਬਣਦਾ, ਉਹ ਵੀ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲੂ। ਜੇ ਮੈਂ ਜਿੱਤਣਾ ਆਜ਼ਾਦ, ਮੈਂ ਇੱਕ ਵਿਰੋਧੀ ਧਿਰ ਦਾ ਕੰਮ ਕਰੂੰਗਾ। ਮੈਂ ਲੋਕਾਂ ਨੂੰ ਕਹੂੰਗਾ ਵੀ ਹਾਂਜੀ, ਵਿਧਾਨ ਸਭਾ ਜਾ ਕੇ ਬੋਲੂੰਗਾ ਵੀ ਹਾਂਜੀ, ਆਪਣੇ ਭਗਵੰਤ ਮਾਨ ਜੀ, ਤੁਸੀਂ 1000 ਰੁਪਇਆ ਕੁੜੀਆਂ ਨੂੰ ਕਹਿੰਦੇ ਸੀ, ਪਾਓ ਉਹਨਾਂ ਦੇ ਖਾਤੇ 'ਚ। ਇਹ ਆਜ਼ਾਦ ਉਮੀਦਵਾਰ ਦਾ ਜਿੱਤਣਾ ਬਹੁਤ ਜ਼ਰੂਰੀ ਆ। ਤੁਸੀਂ ਕਿਉਂ ਨਾ ਵਿਧਾਨ ਸਭਾ 'ਚ ਸਾਰੇ ਆਜ਼ਾਦ ਹੀ ਵੜ ਜਾਣ? ਮੈਂ ਸਾਰੇ ਨਹੀਂ ਕਹਿੰਦਾ ਜੀ, ਮੈਂ ਇਹ ਕਹਿਣਾ ਵੀ ਜਿਹੜੇ 30-35 ਦਾਗੀ ਆਮ ਆਦਮੀ ਪਾਰਟੀ ਨੇ ਬੰਦੇ ਵਾੜੇ ਨੇ, ਉਹਨਾਂ ਨੂੰ ਵੋਟ ਨਾ ਦਿਓ। ਆਮ ਆਦਮੀ ਦੇ ਟਕਸਾਲੀ ਲੀਡਰ ਜਿਹੜੇ ਕੰਮ ਕਰਦੇ ਨੇ, ਸ਼ਾਇਦ ਤੁਸੀਂ ਉਹਨਾਂ ਨੂੰ ਪਾ ਦਿਓ, ਬਾਕੀਆਂ ਨੂੰ ਵੋਟ ਨਾ ਦਿਓ। ਬਾਕੀ ਦੀ ਜਗ੍ਹਾ ਤੁਸੀਂ ਆਜ਼ਾਦ ਜਿਤਾਓ। 30-35 ਆਜ਼ਾਦ ਉਮੀਦਵਾਰ ਜਿੱਤਣੇ ਚਾਹੀਦੇ ਨੇ, ਜਿਹੜੇ ਇੱਕ ਪ੍ਰੋਪਰ ਵਿਰੋਧੀ ਧਿਰ ਦਾ ਕੰਮ ਕਰਨ। ਜਿਹੜੀ ਵੀ ਸਰਕਾਰ ਸੱਤਾ 'ਚ ਆਵੇ, ਉਹਦੇ ਤੇ ਵਿਰੋਧੀ ਧਿਰ ਬਣਨ, ਉਹਨੂੰ ਟੰਗਣ, ਉਹਨੂੰ ਕਹਿਣ ਭਾਈ ਜੀ ਕੰਮ ਕਰੋ, ਤੁਸੀਂ ਆਹ ਵਾਅਦੇ ਦਿੱਤੇ ਨੇ। ਬਾਕੀ ਮੈਂ ਇਹ ਵੀ ਕਹਿਣਾ ਵੀ ਜਿਹੜੇ ਆਉਂਦੇ ਨੇ, ਜਿਹੜੇ ਗਰੰਟੀਆਂ ਦਿੰਦੇ ਨੇ ਵੱਡੇ ਵੱਡੇ ਲੀਡਰ, ਐਫੀਡੇਵਿਟ ਦੇਣ ਜੀ, ਗਰੰਟੀ ਨਾਲ ਕੁਝ ਨਹੀਂ ਬਣਦਾ। ਮੈਂ 10 ਵਾਅਦੇ ਲੈ ਕੇ ਆਇਆ ਆਪਣੇ ਹਲਕੇ ਲਈ ਗਰੰਟੀ ਦੇ ਰਿਹਾ। ਤੁਸੀਂ ਵੀ ਆਪਣੇ ਹਲਕੇ ਲਈ ਗਰੰਟੀਆਂ ਦਿਓ। ਹੱਥ ਜੋੜ ਕੇ ਕਹਿ ਦਿੰਦੇ ਹੋ ਜੀ ਸਾਨੂੰ ਵੋਟ ਪਾਇਓ, ਭਾਈ ਸਾਹਿਬ ਗਰੰਟੀ ਦਿਓ, ਮੇਰੇ ਵਾਂਗੂ ਗਰੰਟੀ ਦਿਓ। ਮੈਂ ਵੋਟਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ ਕਹੋ ਭਾਈ ਐਫੀਡੇਵਿਟ ਦੇ ਜਾ, ਪ੍ਰਭਜੋਤ ਸਿੰਘ ਐਫੀਡੇਵਿਟ ਦੇ ਗਿਆ, ਤੂੰ ਵੀ ਦੇ ਜਾ, ਫਿਰ ਅਸੀਂ ਤੁਹਾਡੇ ਵਾਅਦੇ ਪੜਾਂਗੇ, ਜਿਹੜਾ ਵਧੀਆ ਲੱਗਿਆ ਉਹਨੂੰ ਵੋਟ ਪਾਵਾਂਗੇ ਜੀ। ਅੱਛਾ, ਤੁਸੀਂ ਕਹਿੰਦੇ ਬਾਕੀ ਥਾਂ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਹੋ। ਆਮ ਆਦਮੀ ਪਾਰਟੀ ਨੂੰ 30-35 ਤੇ ਨਾ ਪਾਇਓ, 30-35 ਤੇ ਇਜਾਜ਼ਤ ਦਿਓ, ਬਾਕੀ ਨੂੰ ਤੁਸੀਂ ਚਾਹੁੰਦੇ ਆਮ ਆਦਮੀ ਪਾਰਟੀ ਸਰਕਾਰ ਬਣੇ? ਨਹੀਂ ਜੀ, ਮੈਂ ਸਪੋਰਟ ਕਰਨ ਨੂੰ ਨਹੀਂ ਕਹਿ ਰਿਹਾ। ਮੈਂ ਲੋਕਾਂ ਦਾ, ਜਿਹੜੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਨੂੰ ਕਹਿ ਰਹੇ ਨੇ, ਮੈਂ ਉੱਥੇ ਕਹਿ ਰਿਹਾ ਵੀ ਉਹਨਾਂ ਨੇ ਅਕਾਲੀਆਂ ਨੂੰ ਵੀ ਟਿਕਟਾਂ ਦਿੱਤੀਆਂ, ਕਾਂਗਰਸ ਨੂੰ ਵੀ ਟਿਕਟਾਂ ਦਿੱਤੀਆਂ, ਬੀਜੇਪੀ ਨੂੰ ਵੀ ਟਿਕਟਾਂ ਦਿੱਤੀਆਂ ਨਾ, ਵੀ ਉਹ ਜਿਹੜੇ ਉਹਨਾਂ ਨੇ ਦਾਗੀ ਬੰਦਿਆਂ ਨੂੰ ਟਿਕਟਾਂ ਦਿੱਤੀਆਂ, ਉੱਥੇ ਤਾਂ ਤੁਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਨਾ ਕਰਿਓ। ਬਾਕੀ ਤੁਸੀਂ ਚੈੱਕ ਕਰੋ ਕਿ ਉਹ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਹੈਗਾ, ਕਿ ਉਹ ਵਾਕਈ ਤੁਹਾਡੇ ਹਲਕੇ 'ਚ ਡਿਵੈਲਪਮੈਂਟ ਕਰ ਸਕਦਾ। ਉਹਦੇ ਕੋਲ ਮੇਰੇ ਵਾਂਗੂ ਇਦਾਂ ਵਿਚਾਰਧਾਰਾ ਹੈਗੀ ਹੈ, ਜੇ ਹੈਗੀ ਤਾਂ ਪਾ ਦਿਓ। ਜੇ ਉਦੋਂ ਬਿਨਾਂ ਕਿਸਾਨ ਮੋਰਚੇ ਦੇ ਵਿੱਚ ਤੁਹਾਨੂੰ ਕੋਈ ਬੰਦਾ ਵਧੀਆ ਲੱਗਦਾ, ਉਹਨੂੰ ਵੋਟ ਪਾ ਦਿਓ। ਜੇ ਹੋਰ ਕੋਈ ਤੁਹਾਨੂੰ ਲੱਗਦਾ ਵੀ ਤੁਹਾਡੇ ਹਲਕੇ 'ਚ ਬੰਦਾ ਵਿਕਾਸ ਕਰ ਸਕਦਾ, ਉਹਦਾ ਵਿਜ਼ਨ ਹੈਗਾ ਵਿਕਾਸ ਕਰਨ ਦਾ, ਉਹਨੂੰ ਵੋਟ ਪਾ ਦਿਓ ਜੀ। ਤੁਹਾਨੂੰ ਲੱਗਦਾ ਲੋਕ ਨੇ ਜਿਹੜੀਆਂ ਹਾਲੇ ਉਹ ਸਾਰੇ ਦੌਰ ਦੇ ਵਿੱਚੋਂ ਪੈਸਾ, ਸ਼ਰਾਬ, ਨਿੱਜੀ ਕੰਮ, ਸਾਰਿਆਂ ਚੋਂ ਨਿਕਲ ਕੇ ਤੁਹਾਡੀਆਂ ਇਹ ਚੀਜ਼ਾਂ ਨੂੰ ਲੋਕ ਸਮਝਣਗੇ? ਬਿਲਕੁਲ ਸਮਝਣਗੇ। ਜਿਹੜਾ ਪੜ੍ਹਿਆ ਲਿਖਿਆ ਯੂਥ ਆ, ਮੈਂ ਰਾਣਾ ਸਾਹਿਬ ਤੋਂ ਆਪਣਾ ਸ਼ੁਰੂਆਤ ਕੀਤੀ ਸੀ, ਜਿਹਨੇ ਪੜ੍ਹੇ ਲਿਖੇ ਲੋਕਾਂ ਨੇ ਬਹੁਤ ਮੈਨੂੰ ਸਪੋਰਟ ਕੀਤੀ ਆ। ਉਹ ਕਹਿੰਦੇ ਸ਼ੁਕਰ ਆ ਭਰਾਵਾ ਤੂੰ ਆ ਗਿਆ, ਕੋਈ ਪੜ੍ਹਿਆ ਲਿਖਿਆ ਬੰਦਾ ਆ ਰਿਹਾ ਵਾ। ਫਿਰ ਮੈਂ ਆਪਣੀ ਕੱਲ ਪੈੜ ਦੇ ਵਿੱਚ ਕੀਤੀ ਆ, ਪੈੜ ਦੇ ਵਿੱਚ ਵੀ ਲੋਕਾਂ ਨੇ ਬਹੁਤ ਸਪੋਰਟ ਕੀਤੀ ਆ ਮੇਰੀ। ਅੱਜ ਇੱਥੇ ਵੀ ਲੋਕ ਬਹੁਤ ਸਪੋਰਟ ਕਰ ਰਹੇ ਆ, ਸਾਇਲੈਂਟ ਸਪੋਰਟ ਬਹੁਤ ਆ। ਭਾਵੇਂ ਇਹ ਕਾਂਗਰਸ ਦਾ ਗੜ੍ਹ ਹੋਣ ਕਰਕੇ ਲੋਕ ਖੁੱਲ ਕੇ ਨਹੀਂ ਨਾਲ ਚੱਲਦੇ, ਅੰਦਰ ਖਾਤੇ ਲੋਕ ਦੁਖੀ ਨੇ ਰਵਾਇਤੀ ਪਾਰਟੀਆਂ ਤੋਂ। ਉਹ ਚਾਹੁੰਦੇ ਨੇ ਕੋਈ ਬਦਲ ਆਵੇ। ਉਹ ਕਹਿੰਦੇ ਨੇ ਸਭ ਤੋਂ ਵੱਡੀ ਗੱਲ, ਮੈਂ ਇਸ ਹਲਕੇ ਦਾ, ਇੱਥੇ ਕੂਲੀ ਕਲਾਂ ਮੇਰਾ ਪਿੰਡ ਆ, ਦਰਾਹੇ ਮੇਰੀ ਰਹਿائش ਆ, 3 ਸਾਲ ਮੈਂ ਕੰਮ ਕੀਤਾ, ਮੇਰੇ ਕੋਲ ਤਾਂ ਹੈਗੀ ਬਹੁਤ ਕੁਛ ਆ ਹਲਕੇ ਦੇ ਲਈ। ਜਿਹੜੇ ਨਵੇਂ ਪੈਰਾਸ਼ੂਟਰ ਆਏ ਨੇ, ਉਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ ਹਲਕੇ ਲਈ। ਉਹ ਤਾਂ ਕਹਿਣਗੇ ਜੀ ਚੰਨੀ ਸਾਹਿਬ ਆਉਣਗੇ ਜੀ, ਆਪਣੇ ਸੁਖਵੀਰ ਬਾਦਲ ਜੀ ਆਉਣਗੇ ਜੀ, ਭਗਵੰਤ ਮਾਨ ਜੀ ਆਉਣਗੇ ਜੀ, ਆਪ ਉਹ ਕੁਛ ਵੀ ਨਹੀਂ ਉਹਨਾਂ ਦੀ ਹਲਕੇ ਲਈ। ਜਾਂ ਉਹ ਲੈਗ ਪੁਲਿੰਗ ਕਰਦੇ ਨੇ ਜੀ, ਉਹਨਾਂ ਨੇ ਇਹ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ ਹਲਕੇ ਦਾ ਹੋਣਾ ਜਾਂ ਕੋਈ ਬਾਹਰੋਂ ਆ ਕੇ ਉਮੀਦਵਾਰ ਲੜੇ, ਉਹ ਗੁਨਾਹ ਹੋ ਗਿਆ, ਜਾਂ ਹਲਕੇ ਦਾ ਹੋਣਾ ਬਹੁਤ ਵੱਡੀ ਯੋਗਤਾ? ਹਲਕੇ ਦਾ ਹੋਣਾ ਇੱਕ ਪਲੱਸ ਪੁਆਇੰਟ ਆ। ਹੁਣ ਸਾਡੇ ਦਰਾਹੇ ਦੇ ਵਿੱਚ ਵੱਡੀਆਂ ਸੁਪਰ ਫਾਸਟ ਟ੍ਰੇਨਾਂ ਰੁਕਣੀਆਂ ਬੰਦ ਹੋ ਗਈਆਂ ਸੀ। ਮੈਂ ਦਿੱਲੀ ਬੜੌਦਾ ਹੋ ਜਾ ਕੇ ਐਪਲੀਕੇਸ਼ਨ ਦੇ ਕੇ ਆਇਆ। ਸਾਡੇ ਹਲਕੇ ਦੇ ਬੰਦੇ ਨੂੰ ਪਤਾ ਵੀ ਹਲਕੇ ਦੀ ਪ੍ਰੋਬਲਮ ਆ, ਬਾਹਰਲੇ ਬੰਦੇ ਨੂੰ ਪਤਾ ਹੀ ਨਹੀਂ ਵੀ ਕਿਹੜੀਆਂ ਟ੍ਰੇਨਾਂ ਆਉਂਦੀਆਂ ਨੇ, ਕਿਹੜੀਆਂ ਰੁਕਦੀਆਂ ਨੇ। ਇਦਾਂ ਹੀ ਸਾਡੇ ਦਰਾਹੇ ਸੀਵਰੇਜ ਦੀ ਪ੍ਰੋਬਲਮ ਸੀ, ਉਹਦੇ ਲਈ ਮੈਂ ਐਪਲੀਕੇਸ਼ਨਾਂ ਦਿੱਤੀਆਂ, ਕੂੜਾ ਕਰਕਟ ਨੂੰ ਚੁਕਾਉਣ ਲਈ ਮੈਂ ਐਪਲੀਕੇਸ਼ਨਾਂ ਦਿੱਤੀਆਂ। ਜਾਂ ਹੁਣ ਮੈਂ ਇਸ ਹਲਕੇ ਦਾ, ਮੈਂ ਇਹ ਗੱਲ ਤੁਹਾਨੂੰ ਦੱਸੀ ਆ ਕਿ ਇੱਥੇ ਦਾ ਪੌਣੇ 2 ਕਰੋੜ ਰੁਪਈਆ ਸ਼ਾਮਲਾਟ ਤੋਂ ਸਾਨੂੰ ਇਨਕਮ ਆਉਂਦੀ ਆ। ਇਹ ਬਾਹਰਲੇ ਬੰਦੇ ਨੂੰ ਪਤਾ ਹੀ ਨਹੀਂ। ਜਿਹੜਾ ਬੰਦਾ ਹਲਕੇ ਦਾ, ਜਿਹਨੇ ਹਲਕੇ 'ਚ ਸਰਚ ਕਰਨਾ, ਉਹ ਹਲਕੇ ਦਾ ਬੰਦਾ ਇਹੀ ਕਰ ਸਕਦਾ। ਠੀਕ ਆ, ਇੱਕ ਅੱਧਾ ਬੰਦਾ ਹਲਕੇ ਦਾ ਮਾੜਾ ਹੋ ਸਕਦਾ, ਇਹਦਾ ਮਤਲਬ ਇਹ ਨਹੀਂ ਵੀ ਹਰੇਕ ਹਲਕੇ ਦਾ ਬੰਦਾ ਮਾੜਾ ਹੋਊ। ਹਲਕੇ ਦੇ ਨਵੇਂ ਬੰਦੇ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਜੀ। ਰੈਦਰ ਬਾਹਰਲੇ ਨੂੰ ਮੌਕਾ ਦਿਓ ਤੁਸੀਂ। ਸ਼ੁਕਰੀਆ ਬਾਈ, ਧੰਨਵਾਦ ਗੱਲ ਕਰਨ ਦੇ ਲਈ। ਜੀ ਤੇ ਸਰ, ਐਡਵੋਕੇਟ ਪ੍ਰਭਜੋਤ ਸਿੰਘ ਇਸ ਵਾਰ ਹਲਕਾ ਪਾਇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਵੱਖਰੇ ਤਰੀਕੇ ਦੇ ਨਾਲ ਕੀ ਲੋਕਾਂ ਤੱਕ ਇਹ ਪਹੁੰਚ ਕਰ ਰਹੇ ਨੇ। ਤਾਂ ਦੇਖਣਾ ਹੋਏਗਾ ਕਿ ਲੋਕ ਇਹਨਾਂ ਦੀ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ ਜਾਂ
ਉਸੇ ਤਰ੍ਹਾਂ ਦੂਜੀਆਂ ਪਾਰਟੀਆਂ ਕਿਸੇ ਪਾਰਟੀ ਦਾ ਉਮੀਦਵਾਰ ਚੁਣਨਗੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਪਟੌਲ, ਅੱਖਰ ਦੇ ਲਈ।